श्री राग महला पहला घर तीजा। ए तन धरती बीज कर्म करो, सल लिया पाओ सारिन पानी। मन किरसान हर हृदय जमाए लै, इयों पावस पद निर्वाणी। काहे गर्भस मूढ़े माया, पित सुतो सगल कालत्र माता। तेरे होए न अंत सिखाया, रहाओ बिखै बिकार दुष्ट किरखा करे। इन तज आत्म होए त्याई, जप तप संजम होए जब राखे। कमल बिदिसै मद आसुरमाई, 20 सप्ताहरो बासरो संग्रह। 3 खोड़ा नित काल सारे, 10 18 में अपरंपरो चीने। कह नानक इव एक तारे। गुरु सवारी साध संगत, ज्यों-ज्यों श्री गुरु ग्रंथ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਵਿੱਚ ਮਨ ਜੁੜਦਾ ਹੈ, ਮਨ ਖੁੱਭਦਾ ਹੈ ਅਤੇ ਬਾਣੀ ਨੂੰ ਵਿਚਾਰਨ ਦਾ ਯਤਨ ਕਰਦਾ ਹੈ, ਤਾਂ ਕਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਅਗਿਆਨੀ ਜੀਵ ਨੂੰ ਮਾੜੇ ਕੰਮਾਂ ਤੋਂ ਬਚ ਕੇ ਚੰਗੇ ਪਾਸੇ ਲੱਗਣ ਦੀ ਪ੍ਰੇਰਨਾ ਕੀਤੀ ਹੈ। ਔਰ ਇਸ ਵਿਚਾਰ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬਾਣੀ ਕੋਈ ਨਿਰੀ ਮੰਤਰ ਜੰਤਰ ਨਹੀਂ ਹੈਗੀ, ਇਹ ਜੀਵਨ ਜਾਚ ਹੈ। ਜੀਵਨ ਜਾਚ ਦਾ ਮਤਲਬ ਜੀਵਨ ਜਿਉਣ ਦਾ ਤਰੀਕਾ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਸਵਾਰਨ ਲਈ ਜੰਗਲਾਂ ਵਿੱਚ ਨਹੀਂ ਜਾਣਾ, ਅਸੀਂ ਭਗਵੇ ਕੱਪੜੇ ਨਹੀਂ ਪਾਉਣੇ, ਅਸੀਂ ਸੋਹਣੇ ਕੇਸਾਂ ਦੀਆਂ ਜਟਾਵਾਂ ਨਹੀਂ ਬਣਾਉਣੀ, ਬਲਕਿ ਆਪਣੇ ਘਰ ਪਰਿਵਾਰ ਗ੍ਰਸਤ ਵਿੱਚ ਰਹਿ ਕੇ ਕੁਝ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਜਿਨ੍ਹਾਂ ਗੱਲਾਂ ਦੇ ਧਿਆਨ ਰੱਖਣ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਤੋ ਅੱਜ ਦੇ ਪਾਵਨ ਸ਼ਬਦ ਅੰਦਰ ਪਾਤਸ਼ਾਹ ਰਹਾਉ ਦੀ ਪੰਕਤੀ ਵਿੱਚ ਫਰਮਾਉਂਦੇ ਹਨ, ਕਾਹੇ ਗਰਬਸ ਮੂੜੇ ਮਾਇਆ। ਮੂੜੇ ਦਾ ਭਾਵ ਹੈ ਮੂਰਖ। ਇਸ ਨੂੰ ਮੂੜੇ ਨਹੀਂ ਕਹਿਣਾ, ਬਲਕਿ ਥੋੜਾ ਜਿਹਾ ਰਾੜੇ ਨੂੰ ਭਾਰਾ ਕਰਕੇ ਬੋਲਣਾ। ਹੇ ਮੂਰਖ, ਤੂੰ ਇਸ ਮਾਇਆ ਦਾ ਕੀ ਹੰਕਾਰ ਕਰਦਾ ਹੈ। ਕਾਹੇ ਗਰਬਸ, ਜਿਹੜਾ ਬੱਬੇ ਨਾਲ ਗਰਭ ਹੈ ਇਹਦਾ ਅਰਥ ਹੈ ਅਹੰਕਾਰ। ਗਰਬਸ ਤੇ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਮਤਲਬ ਹੈ ਕੀ ਅਹੰਕਾਰ ਕਰਦਾ ਹੈ। ਹੇ ਮੂਰਖ ਬੰਦੇ, ਤੂੰ ਇਸ ਮਾਇਆ ਨੂੰ ਵੇਖ ਕੇ ਕੀ ਅਹੰਕਾਰ ਕਰਦਾ। ਸਾਧ ਸੰਗਤ, ਮਾਇਆ ਦੇ ਕਈ ਰੂਪ ਹਨ। ਇਹ ਜ਼ਰੂਰੀ ਨਹੀਂ ਕਿ ਸੋਨਾ ਚਾਂਦੀ ਹੀ ਮਾਇਆ ਹੈ। ਇਹ ਜ਼ਰੂਰੀ ਨਹੀਂ ਕਿ ਬੈਂਕ ਬੈਲੈਂਸ ਜਾਂ ਬਹੁਤੇ ਨੋਟ ਇਕੱਠੇ ਹੋਣ ਤੇ ਮਾਇਆ ਹੈ। ਨਹੀਂ, ਪਾਤਸ਼ਾਹ ਫਰਮਾਉਂਦੇ ਨੇ ਇਸ ਮਾਇਆ ਦੇ ਕਈ ਰੂਪ ਹਨ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਮਾਇਆ ਇੱਕ ਚੀਜ਼ ਹੈ, ਪਰ ਉਸਦੇ ਕਈ ਰੰਗ ਹਨ, ਉਹਦੇ ਕਈ ਰੂਪ ਹਨ, ਉਹਦੇ ਕਈ ਕਿਸਮਾਂ ਹਨ, ਉਹਦੀਆਂ ਕਈ ਜਿਨਸਾਂ ਹਨ। ਪਰ ਇਹ ਅਗਿਆਨੀ ਜੀਵ, ਮੈਂ ਤੇ ਤੁਸੀਂ, ਇਸ ਮਾਇਆ ਨੂੰ ਵੇਖ ਕੇ ਅਹੰਕਾਰ ਵਿੱਚ ਆ ਜਾਂਦੇ। ਪਾਤਸ਼ਾਹ ਨੇ ਬਾਣੀ 'ਚ ਲਿਖਿਆ ਹੈ, ਇਹ ਮੂਰਖ ਬੰਦਾ ਇਉਂ ਅਹੰਕਾਰ ਵਿੱਚ ਆ ਕੇ ਟੇਢਾ ਟੇਢਾ ਤੁਰਦਾ ਹੈ। ਕਹਾਂ ਨਾ ਰਸ, ਕਹਾਂ ਨਰ,
ਗਰਬਸ ਥੋੜੀ ਬਾਤ। ਕੀ ਤੂੰ ਥੋੜੀ ਜੀ ਗੱਲ ਤੇ ਹੰਕਾਰ ਕਰਦਾ? ਮਨ ਦਾ ਸਨਾਜ ਟਕਾ ਚਾਰ ਗਾਂਠੀ, ਐਂਡੋ ਟੇਡੋ ਜਾਤ। ਕੀ ਹੋਇਆ ਜੇ ਤੇਰੇ ਕੋਲ 10 ਮਣ ਦਾਣੇ ਹੋ ਗਏ? ਕੀ ਹੋਇਆ ਜੇ ਤੇਰੇ ਕੋਲ 4 ਛਿੱਲੜ ਹੋ ਗਏ? ਕਹਾ ਨਰ ਗਰਬਸ ਥੋੜੀ ਬਾਤ। ਮਨ ਦਾ ਸਨਾਜ ਟਕਾ 4 ਗਾਂਠੀ, ਐਂਡੋ ਟੇਡੋ ਜਾਤ। ਤੂੰ ਆਕੜ ਆਕੜ ਕੇ ਤੁਰਦਾ ਹੈ। ਇਹ ਆਮ ਗੱਲ ਹੈ ਸਾਧ ਸੰਗਤ। ਅਸੀਂ ਆਪਣੇ ਵੱਲ ਝਾਤ ਮਾਰੀਏ, ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰੀਏ। ਜਿਸ ਬੰਦੇ ਕੋਲ 4 ਪੈਸੇ ਆ ਜਾਂਦੇ ਨੇ ਉਹ ਅਹੰਕਾਰ ਕਰਨ ਲੱਗ ਪੈਂਦਾ, ਉਹ ਮੋਢਿਆਂ ਦੇ ਉੱਤੋਂ ਦੀ ਥੁੱਕਣ ਲੱਗ ਪੈਂਦਾ, ਉਹ ਦੂਜਿਆਂ ਨੂੰ ਕੁਝ ਸਮਝਦਾ ਹੀ ਨਹੀਂ। ਪਰ ਮਹਾਰਾਜ ਕਿਸ ਤਰ੍ਹਾਂ ਇਹਦੀ ਫੂਕ ਕੱਢ ਦਿੰਦੇ ਨੇ। ਕਹਿੰਦੇ ਨੇ ਕਾਹੇ ਗਰਬਸ ਮੂੜੇ ਮਾਇਆ। ਹੇ ਮੂਰਖ, ਤੂੰ ਇਸ ਮਾਇਆ ਦੇ ਚਮਕ ਦਮਕ, ਮਾਇਆ ਦਾ ਰੂਪ ਰੰਗ ਵੇਖ ਕੇ ਕੀ ਹੰਕਾਰ ਕਰਦਾ? ਕੰਨ ਖੋਲ ਕੇ ਸੁਣ ਲੈ। ਪਿਤ ਸੁਤੋ ਸਗਲ ਕਾਲ ਧਰਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਹੁਣ ਜਿਤਨੇ ਰਿਸ਼ਤੇਦਾਰ ਹਨ ਉਹਨਾਂ ਵਿੱਚ ਪਿਤਾ ਹੈ, ਉਹਨਾਂ ਵਿੱਚ ਮਾਤਾ ਹੈ, ਉਹਨਾਂ ਵਿੱਚ ਇਸਤਰੀ ਹੈ, ਉਹਨਾਂ ਵਿੱਚ ਪੁੱਤਰ ਹੈ। ਇਹ ਸਾਰੇ ਰਿਸ਼ਤੇਦਾਰ ਜੋ ਹਨ, ਪਿਤ ਸੁਤੋ ਸਗਲ ਕਾਲਤਰ ਮਾਤਾ, ਇੱਕ ਲਾਈਨ ਵਿੱਚ ਉਹ ਤਾਂ ਰਿਸ਼ਤੇਦਾਰਾਂ ਦੀ ਲਿਸਟ ਬਹੁਤ ਲੰਬੀ ਹੈ, ਗਿਣੀ ਨਹੀਂ ਜਾ ਸਕਦੀ। ਪਰ ਪਾਤਸ਼ਾਹ ਨੇ ਉਹਨਾਂ 94 ਰਿਸ਼ਤਿਆਂ ਦੀ ਗੱਲ ਕੀਤੀ ਹੈ ਜਿਹੜੇ ਮਨੁੱਖ ਦੇ ਜੀਵਨ ਵਿੱਚ ਆਰੰਭਕ ਤੌਰ ਤੇ ਆਉਂਦੇ ਹਨ। ਆਖਿਆ ਨਾ ਪਿਤਾ, ਨਾ ਪੁੱਤਰ, ਨਾ ਤੇਰੀ ਇਸਤਰੀ, ਨਾ ਤੇਰੀ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਇਹਦਾ ਜਿਹੜਾ ਹੋਏ ਦਾ ਉਚਾਰਨ ਹੈ, ਇਹਨੂੰ ਹੋਏ ਨਹੀਂ ਕਹਿਣਾ, ਹੋਏ। ਹਾਹੇ ਨੂੰ ਹੋ ਹੋੜਾ, ਹਾਏ ਨੂੰ ਹਿੱਸਿਆਰੀ, ਹੋਏ। ਇਹਨਾਂ ਵਿੱਚੋਂ ਕੋਈ ਵੀ ਤੇਰਾ ਅੰਤ ਸਮੇਂ, ਅੰਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਹੈ। ਜਦੋਂ ਅੰਤਲਾ ਸਮਾਂ, ਅਖੀਰ ਦਾ ਸਮਾਂ ਆਵੇਗਾ, ਇਹਨਾਂ ਵਿੱਚੋਂ ਕੋਈ ਵੀ ਤੇਰਾ ਮਿੱਤਰ ਨਹੀਂ ਹੋਵੇਗਾ, ਕੋਈ ਵੀ ਤੇਰਾ ਸਖਾ, ਸਿਖਾਇਆ ਦਾ ਮਤਲਬ ਹੈ ਸਖਾ, ਮਿੱਤਰ, ਕੋਈ ਤੇਰੇ ਨਾਲ ਮਿੱਤਰਤਾ ਨਹੀਂ ਨਿਭਾ ਸਕੇਗਾ। ਜਿਸ ਦਿਨ ਤੇਰੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣਗੇ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ। ਸਭ ਤੈਨੂੰ ਪ੍ਰੇਤ ਪ੍ਰੇਤ ਕਹਿ ਕੇ ਦੂਰ ਹੋ ਜਾਣਗੇ। ਤੇਰੇ ਨੇੜੇ ਲੱਗਣਾ ਜਾਂ ਤੈਨੂੰ ਹੱਥ ਲਾਉਣਾ ਵੀ ਸੰਕੋਚ ਕਰਨਾ। ਇਹ ਹੈ ਇਹਨਾਂ ਦੀ ਅਸਲੀਅਤ, ਔਰ ਇਹਦੇ ਉੱਤੇ ਤੂੰ ਇਤਨਾ ਹੰਕਾਰ ਕਰਦਾ। ਪਾਤਸ਼ਾਹ ਕਹਿੰਦੇ ਨੇ ਕਾਹੇ ਗਰਬਸ ਮੂੜੇ ਮਾਇਆ, ਪਿਤ ਸੁਤੋ ਸਗਲ ਕਾਲਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਇਹ ਉਹ ਅਟਲ ਸਚਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੈ, ਜਿਸ ਤੋਂ ਕੋਈ ਵੀ ਮਨੁੱਖ ਮੁਨਕਰ ਨਹੀਂ ਹੋ ਸਕਦਾ, ਕੋਈ ਵੀ ਮਨੁੱਖ ਇਨਕਾਰੀ ਨਹੀਂ ਹੋ ਸਕਦਾ। ਇਹ ਸਾਰੇ ਅਸੀਂ ਜਾਣਦੇ ਹਾਂ। ਫਿਰ ਮਹਾਰਾਜ ਕਹਿੰਦੇ ਨੇ ਹੇ ਭਾਈ, ਜੇ ਤੂੰ ਆਪਣੇ ਜੀਵਨ ਨੂੰ ਸਫਲ ਕਰਨਾ, ਪਹਿਲੀ ਗੱਲ ਤਾਂ ਅਹੰਕਾਰ ਨਾ ਕਰ। ਦੂਸਰੀ ਗੱਲ, ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆਪਾਓ ਸਾਰਿੰ ਪਾਣੀ। ਇਹ ਤਨ ਧਰਤੀ, ਇਹਨੂੰ ਇਹੋ ਨਹੀਂ ਕਹਿਣਾ। ਹਾਂ, ਜਿੱਥੇ ਈੜੀ ਨੂੰ ਇਹ ਲਾਵਾਂ, ਹਾਏ ਨੂੰ ਹੋ ਹੜਾਵੇ, ਉੱਥੇ ਇਹੋ ਕਹਿਣਾ। ਪਰ ਇੱਥੇ ਹੈ ਇਹ ਤਨ ਧਰਤੀ, ਇਹ ਜਿਹੜਾ ਤੇਰਾ ਸਰੀਰ ਹੈ, ਇਸ ਨੂੰ ਧਰਤੀ ਬਣਾ ਲੈਣਾ ਕਰ, ਔਰ ਇਸ ਧਰਤੀ ਦੇ ਅੰਦਰ ਬੀਜ ਕਰਮਾ ਕਰੋ। ਬੀਜ ਅੱਖਰ ਜੋ ਹੈ, ਜੱਜੇ ਨੂੰ ਔਂਕੜ ਹੋਣ ਕਰਕੇ ਇਹ ਨਾਉਨ ਪੁਲਿੰਗ ਇੱਕ ਵਚਨ ਹੈ। ਜਿਹੜੇ ਬੰਦੇ ਤੂੰ ਕਰਮ ਕਰਦਾ ਹੈ ਉਹਨਾਂ ਨੂੰ ਬੀਜ ਬਣਾਉਣਾ ਕਰ। ਐਸਾ ਬਾਣੀ ਵਿੱਚ ਬਹੁਤ ਜਗ੍ਹਾ ਲਿਖਿਆ ਹੈ ਕਿ ਜੇ ਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਇਹ ਸਰੀਰ ਖੇਤ ਹੈ, ਅਸੀਂ ਜੋ ਕਰਮ ਕਰਦੇ ਹਾਂ ਉਹ ਬੀਜ ਬੀਜਦੇ,
ਔਰ ਉਹ ਸਾਡੇ ਬੀਜੇ ਹੋਏ ਬੀਜ ਫਿਰ ਉਗਦੇ ਹਨ। ਜੇ ਹਾ ਬੀਜੈ ਸੋ ਲੁਣੇ। ਕੁਦਰਤ ਦਾ ਐਸਾ ਨਿਯਮ ਹੈ ਸਾਧ ਸੰਗਤ, ਕਦੇ ਕਿਸੇ ਨੇ ਕਣਕ ਬੀਜੀ ਹੋਵੇ ਤੇ ਛੋਲੇ ਨਹੀਂ ਉੱਗੇ, ਕਦੇ ਕਿਸੇ ਨੇ ਛੋਲੇ ਬੀਜੇ ਹੋਣ ਤੇ ਕਣਕ ਨਹੀਂ ਬਣੀ। ਇਹ ਕੁਦਰਤ ਦਾ ਅਟਲ ਨਿਯਮ ਹੈ ਕਿ ਜੋ ਅਸੀਂ ਬੀਜਾਂਗੇ ਉਹੀ ਹੀ ਉੱਗੇਗਾ ਔਰ ਉਹੀ ਸਾਨੂੰ ਵੱਢਣਾ ਪਵੇਗਾ। ਇਸ ਲਈ ਮਹਾਰਾਜ ਕਹਿੰਦੇ ਨੇ, ਹੇ ਭਾਈ ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਿਲ ਆਪਾਓ ਸਾਰਿੰਗ ਪਾਣੀ। ਸਲਿਲ ਕਹਿੰਦੇ ਨੇ ਪਾਣੀ ਨੂੰ, ਆਪਾਓ ਦਾ ਮਤਲਬ ਹੈ ਸਿੰਜਣਾ। ਇਹਨਾਂ ਕਰਮ ਰੂਪੀ ਬੀਜਾਂ ਨੂੰ ਸਿੰਜਣ ਵਾਸਤੇ ਸਾਰਿੰਗ ਪਾਣੀ, ਇਹ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ। ਸਾਰਿੰਗ ਧਰਤੀ ਨੂੰ ਵੀ ਕਹਿੰਦੇ ਨੇ। ਸਾਰਿੰਗ ਪਾਣੀ ਦੇ ਬਹੁਤ ਸਾਰੇ ਅਰਥ ਮਹਾਨ ਕੋਸ਼ ਵਿੱਚ ਲਿਖੇ ਹਨ। ਕੋਈ ਕਹਿੰਦਾ ਕਿ ਜਿਸ ਦੇ ਹੱਥ ਵਿੱਚ ਧਨੁਸ਼ਬਾਨ ਹੈ। ਤੋ ਖੈਰ ਅਸੀਂ ਨਾਵਾਂ ਦੀ ਬਹੁਲਤਾ ਵੱਲ ਨਾ ਜਾਂਦੇ ਹੋਏ, ਸਾਰੰਗ ਪਾਣੀ ਦਾ ਮਤਲਬ ਹੈ ਉਹ ਪਰਮਾਤਮਾ। ਉਹਦਾ ਜਿਹੜਾ ਨਾਮ ਸਿਮਰਨ ਹੈ ਉਸ ਨੂੰ ਤੂੰ ਪਾਣੀ ਬਣਾ ਕੇ ਸਿੰਜਣਾ ਕਰ, ਕਿਉਂਕਿ ਬੀਜ ਬੀਜੇ ਜਾਂਦੇ ਹਨ, ਫਿਰ ਉਹਨਾਂ ਦੀ ਉਡੀਕ ਕੀਤੀ ਜਾਂਦੀ, ਉਗ ਪੈਂਦੇ ਨੇ। ਜਦੋਂ ਉਗ ਪੈਂਦੇ ਨੇ ਫਿਰ ਉਹਨਾਂ ਨੂੰ ਪਾਣੀ ਦੇਣਾ ਪੈਂਦਾ। तो महाराज ने देखो कैसा नक्शा खिंच के समझाया। ए तन धरती बीज कर्म करो, सलिल आपाओ सारिंग पानी। मन किरसान हर हृदय जमाए लै, इयों पावस पद निर्बाणी। अपने मन नूं किरसान, किरसान किसनूं कहते हैं? खेती करने वाले नूं, बीज बीजन वाले नूं किरसान कहा जाता। अपने मन नूं किरसान बनाना कर और इस मन नूं समझा, हर हृदय जमाए लै। क्योंकि किरसान बीजन तो पहला एक निर्णय लैंदा भी इस खेत विच की बीजा, किहड़ा बीज प्रफुल्लित होवेगा, किहड़े बीज बीजन नाल मैनूं वधेरे लाभ होवेगा। सचमुच इसी तरह मन किरसान हर हृदय जमाए लै। मन नूं किरसान बनाना कर और हरी दा नाम हृदय जमाए लै। जमाना कर भाव इसनूं पैदा करना कर। जे बीजांगे तो पैदा होवेगा। ऐसा तो हो नहीं सकता कि असी बीजीए कुछ होर ते उगे कुछ होर। हाँ, ये लोगों की एक बिरती सोच बन गई है। बाबा नानक जी नूं कहना पिया, बीजे बेख मंगे अमृत, वेखो ए न्याओ। लोगों का इंसाफ देखो, बीज दे तां जहर ने, चाहुंदे अमृत ने। फरीद जी ने भी कहा, फरीदा लोड़ै दाख बिजौरियां। बिजौर एक देश का नाम है जिथे दियां दाखां बहुत वधिया किस्म दियां होंदियां। चाहुंदा ते है मैनूं बिजौर देश दियां वधिया किस्म दियां दाखां मिल जान, पर बीज दा किकर। फरीदा ये इंसाफ देखो मनुख दा कि मनुख लोड़ै दाख बिजौरियां। कुछ अखर ऐसे भी गुरबाणी चाहुंदे ने जिहड़े असीं आम तौर ते सुने पढ़े नहीं हुंदे। उन्हां दे अर्थ समझण वास्ते भी मैं देखता हाँ कि आम जग्यासू नूं काफ़ी मेहनत करनी पैंदी है और उस मेहनत दे कारण ही ये उद्यम किया गया कि सानू गुरबाणी दे एक एक अखर दी समझ आवे। तो फरीदा लोड़ै दाख बिजौरियां। बिजौर देश दियां दाखां चाहुंदा है, पर किकर बीजे जट। जट दा मतलब बीजन वाला है, जिमीदार अपने खेतों में बीजदा किकर है। इसी तरह हथ विच ते भेडां दी उन लई फिरदा, पर पाउणा रेशम चाहुंदा। तो पातशाह ने सीधा जीवन का वह मार्ग समझाया जिहड़ा सधारण तो सधारण बंदे नूं समझ आ जाए। हे भाई, पहली गल तू अपने अहंकार नूं रोकना कर।
जे तेरे कोल 4 पैसे आ गए ने, जे तेनू सुंदरता मिल गई है, जे तेनू जवानी मिल गई है, जे तेनू 4 अखर आ गए ने, तू विद्वान बन गया, तो अहंकारी ना बन। काहे गर्भस मूड़े माया, पित सुतो सगल कालत रमाता, तेरे होए ना अंत सिखाया। इन्हां सारियां विचों किसी ने भी अंत समय तेरे सखा मित्र सहाय नहीं होना। फिर गुरु पातशाह अपना तरस खा के सानू जीवन जाच दसते हैं, भाई मेरी राय मन, ए तन धरती बीज कर्मा करो, सलिल आपाओ सारिंग पानी, मन किरसान हर हृदय जमाए ले, इयों पावस पद निर्वाणी। इयों इस तरीके नाल पावस प्राप्त कर लेगा। पद में ना पदवी अवस्था, निर्वाणी। निर्वाण अवस्था किहड़ी हुंदी? जदों मन विच फुरने उठने बंद हो जाण, जदों निष्कामता आ जाए, जदों होर पासे दा ध्यान मुक जाए, एवं तैनू निर्वाण पद की प्राप्ति हो जाए। बड़े बड़े साधु जन, बड़े बड़े योगी, बड़े बड़े महात्मा निर्वाण पद की प्राप्ति वास्ते घर छड़ जाते ने, जंगलों में चले जाते हैं, पहाड़ों दीयां कंदरां में जाके बैठते हैं। पर मेरे सतगुरु ने फरमाया है, जोग न भगवी कपड़ी, जोग न मैले वेस, नानक घर बैठिया जोग पाई है, सतगुर कै उपदेश। अज सचमुच अपने गुरु के उपदेश नूं ना सुन करके, ना मनन करके मैं देख के आश्चर्य होना। वो गुरु के सिख अखवाउण वाले जिन्हां ने अमृत भी छकिया, जिहड़े होर भी सब कुछ करते ने पर भटक रहे ने। देखो गुरु बाबे ने साडे ते कितना तरस किया है, कितना सौखा तरीका समझाया। भाई अहंकार करना छड्डो, इस अपने शरीर नूं धरती बनाओ, इहदे विच कर्मां दा बीज पाओ, और इस बीज नूं प्रफुल्लित करन लई निता प्रति परमात्मा दे नाम दा सिमरन करना करो। मन किरसान हर हृदय जमाए ले, इयों पावस पद निर्वाणी। जिहड़े लोग भटकदे फिरदे हन, सानू जी कोई और तरीका दसो, साडा मन टिक जाए, साडा मन जुड़ जाए, असीं इउं करी। देखो गुरु बाबे ने किवें समझा दिता। फिर आख्या, बिखै बिकार दुष्ट किरखा करे, इन तज आत्मै होए त्याई। जदों जिमीदार दी फसल उग पैंदी है, वो फसल ते कुछ देर लैंदी है, पर उस फसल तो पहला ਉਹਦੇ ਵਿੱਚ कई तरह ਦੀਆਂ ਇਹੋ ਜਿਹੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਲੋੜ ਵੀ ਨਹੀਂ ਹੁੰਦੀਆਂ। ਜਿਵੇਂ ਘਾਹ ਫੂਸ ਹੈ, ਜਿਹਨੂੰ ਅਸੀਂ ਨਦੀਨ ਵੀ ਕਹਿੰਦੇ ਹਾਂ, ਕਈ ਤਰ੍ਹਾਂ ਦੀਆਂ ਬੂਟੀਆਂ ਪੈਦਾ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਮਨੁੱਖ ਦੇ ਮਨ ਵਿੱਚ ਵੀ ਕਈ ਤਰ੍ਹਾਂ ਦੇ ਵਿਸ਼ੇ ਵਿਕਾਰ ਤੇ ਭੈੜੇ ਖਿਆਲ ਵੀ ਆ ਜਾਂਦੇ ਨੇ। पातशाह कहने, जे तू अपनी शुभ गुणा की फसल नूं प्रफुल्लित करना चाहना है, फिर बिखै बिकार दुष्ट किरखा करे। किरखा करना हुंदा खिंचना। उन्हां सारियां वाधू बूटियां नूं खुरपी दे नाल खिच खिच के कट कट के बाहर कढ़ देना कर। जदों जिमीदार गोडी करता है, ढेरां दे ढेर वो घाह फूस कढ़ दिंदा है, पर उसका यतन हुंदा है कि जिहड़ा मेरा असल बूटा है वो बच जाए, वो सेफ रहे। उन्होंने सेफ रखने वास्ते वो बड़े ध्यान नाल खुरपी चलाउंदा है। जिहड़े कट्टण वाले होण उन्होंने खुरपी नाल कटदा है, ते जिहड़े एवें ही खिंचिया बाहर निकल जाण उन्होंने कहंदे किरखा करे। किरखा करना मतलब खिच खिच के कढ़ देवे। बिखै बिकार दुष्ट किरखा करे, इन तज आत्मै होए त्याई। इस तरीके नाल इन्हां भैड़े विचारां ते विकारां नूं तज के, त्याग के, कढ़ के, सुट के आत्मे होए त्याई। फिर अपने स्वरूप की लखता हुंदी है। जप तप संयम होए जब राखे,
कमल बिगसै मद आसरमाई। ये जप करना, वाहिगुरु का सिमरन करना, तप करना, अमृत वेले उठना, इशनान करना ਅਤੇ ਹੋਰ ਭੈੜੀਆਂ ਗੱਲਾਂ ਤੋਂ ਬਚਣਾ, ਇਹ ਸੰਜਮ ਹੈ। ਜਪ ਤਪ ਸੰਜਮ ਹੋਏ ਜਬ ਰਾਖੇ। ਜਦੋਂ ਇਹ ਰਾਖੇ ਹੋ ਜਾਂਦੇ ਨੇ, ਰਖਵਾਲਾ ਰੱਖ ਲਈ, ਕਹਿੰਦੇ ਫੇਰ ਕਮਲ ਬਿਗਸੈ ਮਦ ਆਸਰਮਾਈ। ਫਿਰ ਇਹ ਹਿਰਦਾ ਰੂਪੀ ਕਮਲ ਖਿੜਦਾ ਹੈ। ਫਿਰ ਇਹਦੇ ਵਿੱਚ ਉਹ ਮਦ ਸ਼ਹਿਦ ਪੈਦਾ ਹੁੰਦਾ। ਭਾਵ ਕਹਿਣ ਤੋਂ ਇਹਦੇ ਵਿੱਚ ਉਹ ਸ਼ੁਭ ਗੁਣਾਂ ਦਾ ਸ਼ਹਿਦ ਟਪਕਦਾ ਹੈ। ਫਿਰ ਇਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਦੈਵੀ ਗੁਣ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਆਟੋਮੈਟਿਕਲੀ ਪ੍ਰਫੁੱਲਤ ਹੋ ਜਾਂਦੀਆਂ। ਪਰ ਇਹਨਾਂ ਦੀ ਰਾਖੀ ਵੀ ਕਰਨੀ ਪੈਂਦੀ ਹੈ, ਕਿਉਂਕਿ ਰਾਖੀ ਤੋਂ ਬਿਨਾਂ ਅਵਾਰਾ ਪਸ਼ੂ ਜਿਹੜੇ ਨੇ ਉਹ ਚੰਗੀ ਭਲੀ ਫਸਲ ਨੂੰ ਉਜਾੜ ਜਾਂਦੇ ਨੇ। तो महाराज ने किस तरह समझाया, बिखै बिकार दुष्ट किरखा करे, इन तज आत्म होए ते आई, जब तब संजम होए जब राखे। जदों ये साडा जप कीता होया, साडा ये तप कीता होया, तप करना की है, शरीर नूं कष्ट देना, अमृत वेले उठना, नींद त्यागनी, इशनान करना, ये सारा तप है। और इसी तरह संयम करना, जिन्हां गल्लां तो गुरु रोके उन्हां गल्लां वल्लों रुक जाना। बस ये जदों राखे बन जाणगे, फिर कमल बिगसै मद आसरमाई। फिर एक हिरदा रूपी कमल खिड़ जाएगा। फिर इहदे विच नाम दा रस रूपी शहद जिहड़ा है वो चो पवेगा। फिर तीजे पद विच महाराज कहंदे ने 20 सप्ताहरो बासरो संग्रह। हुण जिहड़ा 20 सप्ताहरो है, पहला 20 की है, 5 सूखम 5 स्थूल तत्त, ज्ञान अते कर्म इंद्रे, ये 20 हैं। हुण एक दा वेरवा करने लई काफ़ी समा चाहिए। 5 सूक्ष्म 5 स्थूल 5 ज्ञान इंद्रे 5 कर्म इंद्र अते 5 प्राण मन बुद्धि दे निवास अस्थान, ये सारे रल के 20 सप्ताहरों ये 27 बन जाते हैं। बासरो संग्रह, भाव हर वेले इन्हां शुभ गुणां नूं संग्रह करना करे। 20 सप्ताहरों बासरो संग्रह, संग्रह का मतलब इकट्ठे करना। ते 3 खोड़ा नित काल सारै। मनुख की जिंदगी दियां 3 स्टेजेस हैं, इन्हां नूं 3 खोड़ा किया है, बचपना, जवानी अते बडेपा। इन्हां तिन्हां दे अंदर काल नूं सारै, सारै दा मतलब चेते रखना करे। ते 10 18वें अपरंपरो चीनै, 10 18वें ये जिहड़े साडे धर्म ग्रंथ हन, इन्हां सारियां दे अंदरों अपरंपरो चीनै उस वाहिगुरू अकाल पुरख नूं लभना करे, चीनना करे, उसनूं खोजना करे। ते कह नानक इव एक तार है। नानक जी फरमाते हैं, इव इस तरीके दे नाल ओ एक परमात्मा जिहड़ा है वो भाई तैनू तार देगा, तैनू संसार सागर विच डुबण तो बचा लेगा। तो मैं समझदा हाँ ये बाणी दा पाठ, ये शब्द दे विश्राम ते ये शब्द दे जिहड़े अर्थ ने वो थोड़े औखे हैं, पर एक बारी फिर ध्यान नाल सुनो। ए तन धरती बीज कर्मा करो, सलिल आ पाओ सारिंग पानी, मन किरसान हर हृदय जमाए लै, इयों पावस पद निर्वाणी। काहे गर्भस मूढ़े माया, पित सुतो सगल कालत रमाता, तेरे होए ना अंत सखाया। रहाओ बिखै बिकार दुष्ट किरखा करे, इन तज आत्म होए ते आई, जप तब संजम होए जब राखे, कमल बिगसै मद आसरमाई। 20 सप्ताहरो बासरो संग्रह, 3 खोड़ा नित काल सारै, 10 18वें अपरंपरो चीनै, कह नानक इव एक तारै।
10 ਦਿਸ਼ਾਵਾਂ ਵਿੱਚ, 18 ਭਾਰ ਵਾਲੀ ਬਨਸਪਤੀ ਵਿੱਚ, ਭਾਵ ਸਭ ਦੇ ਅੰਦਰ ਉਸ ਇੱਕ ਪਰਮਾਤਮਾ ਨੂੰ ਚੀਨੈ, ਲੱਭਣਾ ਕਰੇ। ਕਿਉਂਕਿ ਮੇਰੇ ਪਾਤਸ਼ਾਹ ਨੇ ਤੇ ਫਰਮਾਇਆ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। सगल बनस्पत में बैसंतर, सगल दूध में घिया, ऊंच नीच में जो समाणी, घट घट माधो जिया। तो इस तरह गुरु नानक सच्चे पातशाह ने साडे कलयुगी जीवां नूं बड़े सौखे तरीके नाल अपने जीवन की सफलता का रस्ता समझाउणा कीता है। आओ इस शब्द तो प्रेरणा लैके हर माई भाई अपने जीवन के अंदर इस तरह के उद्यम शुरू कर दईए।